ਆਪਾਂ ਨੂੰ ਆਪਣੇ ਵਾਸਤੇ ਇੱਕ ਆਜ਼ਾਦ ਮੁਲਕ ਮੰਗਣ ਦਾ ਹੱਕ ਹਮੇਸ਼ਾ ਰਹਿਣਾ ਚਾਹੀਦਾ। ਯੂਨਾਈਟਿਡ ਨੇਸ਼ਨਸ ਵੀ ਕਹਿੰਦਾ ਹੈ ਕਿ ਐਵਰੀ ਪੀਪਲ ਹੈਵ ਅ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਜੇ ਕਿਸੇ ਬਾਬੇ ਨੂੰ ਸਾੜੀ ਪਾ ਕੇ ਫੜ ਲੈਣ ਤਾਂ ਉਹਦੇ ਵਾਸਤੇ ਬੋਲ ਪੈਂਦੇ ਆ ਸੋ ਮੋਟੋ ਹਾਈ ਕੋਰਟ, ਪਰ ਸਾਡੇ ਸਿੱਖਾਂ ਦੇ ਸਾੜਨ ਤੇ ਕੁਛ ਨਹੀਂ ਹੋਇਆ। ਜਦੋਂ ਸਿਮਰਜੀਤ ਸਿੰਘ ਮਾਨ ਹੋਣੀ ਜੇਲ੍ਹ ਵਿੱਚ ਸੀ ਉਦੋਂ ਕੋਆਰਡੀਨੇਸ਼ਨ ਤੁਹਾਡਾ ਕਿੱਦਾਂ ਦਾ ਸੀ ਆਪਣੇ ਫਾਦਰ ਸਾਹਿਬ ਨਾਲ? ਜੇਲ੍ਹਾਂ ਬਾਹਰ ਖੜ੍ਹੇ ਰਹੋ, ਤੁਹਾਨੂੰ ਅੰਦਰ ਲੈ ਕੇ ਜਾਂਦੇ ਸੀ, ਇਕੱਲੇ ਨਹੀਂ ਬੈਠਣ ਦਿੰਦੇ ਸੀ, ਹਮੇਸ਼ਾ ਕੋਈ ਨਾ ਕੋਈ ਉੱਥੇ ਨਾਲ ਹੁੰਦਾ ਸੀਗਾ। ਜੇਲ੍ਹਾਂ 'ਚ ਜਾ ਕੇ ਟਾਈਮ ਨਹੀਂ ਸੀ ਮਿਲਦਾ, ਉਹਨਾਂ ਨੂੰ ਕਚਹਿਰੀਆਂ 'ਚ ਕਦੀ ਕਦੀ ਮਿਲ ਲਈਦਾ ਸੀ ਜਦ ਤਰੀਕ ਪੈਂਦੀ ਸੀਗੀ। ਇੱਕ ਬੰਦੇ ਨੂੰ ਫੜ ਕੇ ਨਿਚੋੜ ਕੇ ਕੁੱਟ ਕੇ ਮਾਰ ਕੇ ਆਪਣੇ ਪਰਿਵਾਰ 'ਚੋਂ ਵੀ ਕੱਢਤਾ ਸੀ। ਜੇ ਸੰਗਤਾਂ ਉਦੋਂ ਉੱਠਦੀਆਂ ਨਾ ਅਤੇ ਵੋਟਾਂ ਨਾ ਪਾਉਂਦੀਆਂ ਤਾਂ ਮੇਰਾ ਖਿਆਲ ਹੈ ਸਰ ਸਿਮਰਨਜੀਤ ਸਿੰਘ ਮਾਨ ਭੁੱਲੇ ਵੀ ਜਾਣੇ ਸੀਗੇ। ਜਿਸ ਸਟੇਟ ਨੇ 1984 'ਚ ਹਰਿਮੰਦਰ ਸਾਹਿਬ 'ਤੇ ਹਮਲਾ ਕਰਤਾ, ਉਰੇ ਸਿੱਖਾਂ ਦਾ ਸ਼ਰੇਆਮ ਸ਼ਿਕਾਰ ਖੇਡਿਆ, ਉਹਨਾਂ ਦੇ ਹਿਊਮਨ ਰਾਈਟਸ ਦਾ ਕਤਲ ਕੀਤਾ ਹੈਗਾ ਔਰ ਲਗਾਤਾਰ ਸਾਨੂੰ ਦਿਖਾਉਂਦੀ ਆ ਰਹੀ ਹੈਗੀ ਹੈ। ਜਿੱਦਣ ਸਾਡੀ ਸਰਕਾਰ ਬਣਨੀ ਸੀ ਉਦਣ ਰਾਤੋਂ ਰਾਤ ਨਰਸਿਮਹਾ ਰਾਓ ਨੇ ਇਲੈਕਸ਼ਨ ਬਿਲਕੁਲ ਕੈਂਸਲ ਕਰਤੀ ਸੀ। ਦੀਪ ਸਿੱਧੂ ਹੋਣਾ ਦੀ ਜੋ ਘਟਨਾ ਹੋਈ ਹੈ, ਤੁਸੀਂ ਪਹਿਲੀ ਵਾਰ ਕਦੋਂ ਮਿਲੇ ਸੀ ਉਹਨਾਂ ਨੂੰ? ਮੈਂ ਇਸ ਗੱਲੋਂ ਬਹੁਤ ਇੰਪਰੈਸ ਸੀਗਾ ਕਿ ਇਹਨਾਂ ਨੇ ਝੁਕੇ ਨਹੀਂ, ਇਹੋ ਜਿਹੀ ਸੋਚ ਦੇ ਉੱਤੇ ਇਹਨਾਂ ਨੇ ਪਹਿਰਾ ਦਿੱਤਾ ਜਿਹਦੇ ਉੱਤੇ ਮੈਂ ਸੋਚਿਆ ਸੀ ਕਿ ਸ਼ਾਇਦ ਹੋਰ ਕੋਈ ਖੜਦਾ ਨਹੀਂ ਹੈਗਾ। ਨਿਸ਼ਾਨ ਸਾਹਿਬ ਚੜਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ, ਫੌਜਾਂ ਇਹਦੇ ਹੇਠ ਲੜਦੀਆਂ ਭਾਰਤ ਦੇ ਪੱਖ 'ਚ। ਉਹ ਫਿਰ ਉਹ ਸ਼ਾਮ ਨੂੰ ਅਖੀਰਲਾ ਪ੍ਰੋਗਰਾਮ ਕਰਕੇ ਬੰਬੇ ਲਈ ਰਵਾਨਾ ਹੋ ਗਏ ਸੀਗੇ ਅਤੇ ਉਹਦੇ ਬਾਅਦ ਫਿਰ ਜਿਹੜਾ ਹਾਦਸਾ ਬੀਤਿਆ ਉਹ ਖਬਰ ਸਾਨੂੰ ਆਈ ਸੀ। ਉਹ ਕਹਿੰਦੇ ਸੀ ਕਿ ਮੈਂ ਇੱਕ ਵਾਰੀ ਫੇਰ ਆ ਕੇ ਗੇੜਾ ਲਾ ਦੂੰਗਾ, ਪਰ ਉਹ ਹੋਇਆ ਨਹੀਂ। ਉਹਨੇ ਹਾਦਸੇ ਨੂੰ ਲੈ ਕੇ ਜਿਹੜਾ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਕੌਂਸਪੀਰੇਸੀ ਹੈਗੀ, ਇਹ ਸਾਜ਼ਿਸ਼ ਹੈ। ਅਮਰਿੰਦਰ ਸਿੰਘ ਹੋਣਾ ਦੀ ਗੱਲ ਕੀਤੀ ਹੈ, ਕਦੇ ਆਫ ਦੀ ਰਿਕਾਰਡ ਤੁਸੀਂ ਬੈਠ ਕੇ ਗੱਲ ਚਰਚਾ ਹੋਈ ਹੈ ਇਸ ਵਿਸ਼ੇ 'ਤੇ? ਆਮ ਮੇਲ 'ਚ ਕਿਤੇ ਕੋਈ ਗੱਲ-ਗੁਲ ਹੋ ਜੇ, ਪਰ ਮੈਂ ਇਸ ਗੱਲ ਦਾ ਨਹੀਂ ਜਾਣੂ ਕਿ ਅਸੀਂ ਕੋਈ ਇਹੋ ਜਿਹੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਕੋਈ ਖਾਸ ਤਰ੍ਹਾਂ ਅਸੀਂ ਮਿਲੀਏ ਜਾਂ ਗੱਲ ਕਰੀਏ। ਜਿਨ੍ਹਾਂ ਨੇ ਵਾਪਸ ਆਉਣਾ ਹੈ ਉਹ ਜ਼ਰੂਰ ਵਾਪਸ ਆਉਣ, ਪਰ ਜਿਹੜੇ ਬਹਾਦਰ ਸਿੱਖ ਜਿਹੜੇ ਉੱਥੇ ਸੇਵਾ ਭਾਵਨਾ ਰੱਖਣਾ ਚਾਹੁੰਦੇ ਹੈ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪ ਜੋਤ ਸਿੰਘ। ਸਰਦਾਰ ਸਿਮਰਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹਨਾਂ ਦਾ ਪਿਛਲੇ ਦਿਨੀ ਇੰਟਰਵਿਊ ਦੇ ਦੌਰਾਨ ਇੱਕ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਮੈਨੂੰ ਤੇ ਮੇਰੇ ਬੇਟੇ ਨੂੰ ਭੇਜਿਆ ਜਾਵੇ, ਵੀਜ਼ਾ ਦਿੱਤਾ ਜਾਵੇ ਤਾਂ ਕਿ ਅਸੀਂ ਯੂਕਰੇਨੀਅਨ ਦੀ ਮਦਦ ਕਰ ਸਕੀਏ। ਤਾਂ ਅੱਜ ਸਾਡੇ ਨਾਲ ਨੇ ਉਹਨਾਂ ਦੇ ਬੇਟੇ ਸਰਦਾਰ ਇਮਾਨ ਸਿੰਘ ਮਾਨ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਖਾਲਸਾ ਵਾਹਿਗੁਰੂ ਜੀ ਫਤਿਹ। ਸ਼ੁਰੂਆਤ ਇੱਥੋਂ ਹੀ ਜਿਵੇਂ ਕਰਾਂ, ਇਮਾਨ ਸਾਹਿਬ ਕਿਵੇਂ ਦੇਖਦੇ ਹੋ ਤੁਹਾਡੇ ਫਾਦਰ ਸਾਹਿਬ ਦਾ ਜੋ ਬਿਆਨ ਹੈ? ਮੇਰਾ ਖਿਆਲ ਹੈ ਇਹ ਬਿਲਕੁਲ ਜਾਇਜ਼ ਅਪੀਲ ਹੈ। ਜਿਹੜਾ ਸੋਵੀਅਤ ਯੂਨੀਅਨ ਦਾ ਰਾਜ ਸੀਗਾ ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਜਿਹੜਾ ਡਿਫੈਂਸ ਮਿਨਿਸਟਰ ਸੀ ਦਮਿਤਰੀ ਉਸਤਨੋਵ, ਉਹਨੇ ਆ ਕੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਪਾਕਿਸਤਾਨ ਨਾਲ ਜੰਗ ਛੇੜ ਕੇ 1984 'ਚ ਮਿਲਟਰੀ ਨੂੰ ਪੰਜਾਬ ਵਿੱਚੋਂ ਲੰਘਾ ਦਿਓ ਅਤੇ ਉਹਦੇ ਵਿੱਚ ਜਿਹੜੇ ਤੁਹਾਨੂੰ ਸਟੇਟ ਦੇ ਬੰਦੇ ਤੁਹਾਨੂੰ ਨਹੀਂ ਚਾਹੀਦੇ ਉਹਨਾਂ ਨੂੰ ਖਤਮ ਕਰ ਦਿਓ। ਇਹ ਸਟ੍ਰੈਟਜੀ ਅੱਜ ਅਸੀਂ ਉਹੀ ਰਸ਼ੀਆ ਦੇ ਵਿੱਚ ਦੇਖ ਸਕਦੇ ਹਾਂ, ਜਿਹਦੇ ਵਿੱਚ ਪੁਟਿਨ ਨੇ ਇਨਵੇਜ਼ਨ ਕਰਕੇ ਆਪਣੀਆਂ ਫੌਜਾਂ ਅੰਦਰ ਭੇਜ ਕੇ ਉਹਨੇ ਲਿਸਟਾਂ ਤਿਆਰ ਕੀਤੀਆਂ ਹੋਈਆਂ ਕਿ ਕਿਹੜੇ-ਕਿਹੜੇ ਯੂਕਰੇਨੀਅਨ ਉਹਨਾਂ ਨੇ ਕਤਲ ਕਰਨੇ ਹੈਗੇ ਆ। ਇਹ ਜਿਹੜੀ ਸੋਚ ਉਸ ਸਮੇਂ ਦੀ ਰੂਸੀ ਸੋਚ ਸੀਗੀ, ਉਹ ਅਸੀਂ ਪੰਜਾਬ 'ਚ ਇਸ ਦਾ ਭਿਆਨਕ ਮੁਕਾਬਲਾ ਕਰ ਚੁੱਕੇ ਹਾਂ ਅਤੇ ਜਿਹੜੇ ਵੀ ਫਰੀਡਮ ਲਵਿੰਗ ਅਤੇ ਆਪਣੇ ਹੱਕਾਂ ਦੇ ਪਹਿਰੇ ਦੇਣ ਵਾਲੇ ਹੈ ਉਹਨਾਂ ਨੂੰ ਇਸ ਰਜੀਮ ਤੋਂ ਬਹੁਤ ਖਤਰਾ ਰਹਿਣਾ ਔਰ ਸਾਨੂੰ ਇਹਦੇ ਬਰਖਲਾਫ ਖੜਨ ਦਾ ਜ਼ਰੂਰ ਆਪਣੇ ਜਿੱਦਾਂ ਵੀ ਅਸੀਂ ਕਰ ਸਕਦੇ ਹਾਂ ਕਰਨਾ ਚਾਹੀਦਾ। ਮਾਨ ਸਾਹਿਬ ਕਿਵੇਂ ਦੇ ਦਿਓ ਇਸ ਸਟੇਟਮੈਂਟ ਨੂੰ, ਜਦੋਂ ਭਾਰਤੀ ਜਿਹੜੇ ਫਸੇ ਹੋਏ ਨੇ ਉੱਥੇ ਨਾਗਰਿਕ ਨੇ ਜਾਂ ਉਹਨਾਂ ਦੇ ਸਟੂਡੈਂਟ ਨੇ, ਉਹਨਾਂ ਦੇ ਮਾਂ-ਬਾਪ ਲਗਾਤਾਰ ਰੋ ਰਹੇ ਨੇ, ਕਰਲਾ ਰਹੇ ਨੇ, ਉਹ ਕਹਿ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ? ਜਿਨ੍ਹਾਂ ਨੇ ਵਾਪਸ ਆਉਣਾ ਹੈ ਉਹ ਜ਼ਰੂਰ ਵਾਪਸ ਆਉਣ,
ਪਰ ਜਿਹੜੇ ਬਹਾਦਰ ਉੱਥੇ ਹੈਗੇ ਆ, ਆਪਣੇ ਸਿੱਖ ਜਿਹੜੇ ਉੱਥੇ ਸੇਵਾ ਭਾਵਨਾ ਰੱਖਣਾ ਚਾਹੁੰਦੇ ਆ, ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਆਪਣੇ ਕੌਮ ਨੇ ਹਮੇਸ਼ਾ ਹੋਰਾਂ ਦੇ ਹੱਕਾਂ ਲਈ ਪਹਿਰਾ ਦਿੱਤਾ ਹੈ, ਜਿਹਦੇ ਵਿੱਚ ਅਸੀਂ ਜਾਣੂ ਹੈਗੇ ਆ ਪੰਚਮ ਪਿਤਾ ਦੇ, ਛੇਵੇਂ ਪਿਤਾ ਦੇ ਇਤਿਹਾਸ ਤੋਂ, ਨੌਵੇਂ ਪਿਤਾ ਦੇ ਇਤਿਹਾਸ ਤੋਂ, ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੇ ਵਾਸਤੇ ਆਪਣਾ ਸੀਸ ਵੀ ਗਵਾਉਣਾ ਕਬੂਲ ਕੀਤਾ, ਪਰ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਹੱਕ 'ਚ ਖੜੇ ਸੀ। ਸੋ ਉਸ ਲੀਹਾਂ 'ਤੇ ਤੁਰਦੇ ਹੋਏ ਤਾਂ ਆਪਾਂ ਨੂੰ ਉਹਨਾਂ ਨਾਲ ਤੁਰਨਾ ਚਾਹੀਦਾ ਹੈ। ਪਰ ਜਿਹੜੇ ਆਪਣੇ ਆਪ ਨੂੰ ਆਪਣਾ ਮਕਸਦ ਹੋਰ ਸਮਝਦੇ ਆ, ਉਹਨਾਂ ਨੂੰ ਜੇ ਵਾਪਸੀ ਦਾ ਲੋੜ ਹੈ ਤਾਂ ਜ਼ਰੂਰ ਵਾਪਸ ਆਉਣ। ਮਾਨ ਸਾਹਿਬ, ਜੇ ਆਈਡੀਓਲੋਜੀ ਦੀ ਗੱਲ ਕਰੀਏ, ਤੁਹਾਡੇ ਫਾਦਰ ਸਾਹਿਬ ਦੀ ਆਈਡੀਓਲੋਜੀ ਜਾਂ ਤੁਹਾਡੀ ਆਈਡੀਓਲੋਜੀ, ਤੁਹਾਨੂੰ ਪ੍ਰੈਕਟੀਕਲੀ ਕਿਵੇਂ ਦੇਖਦੇ ਹੋ ਤੁਸੀਂ ਉਹ ਆਈਡੀਓਲੋਜੀ ਨੂੰ, ਕਿ ਪ੍ਰੈਕਟੀਕਲੀ ਉਹ ਐਪਲੀਕੇਬਲ ਹੋ ਪਾਏਗੀ ਜਾਂ ਨਹੀਂ ਹੋ ਪਾਏਗੀ? ਕਿਉਂਕਿ ਜੇ ਦੇਖੀਏ ਤਾਂ ਹੋਰ ਵੀ ਕਈ ਜਿਹੜੇ ਨੇ ਕੰਟਰੀਜ਼, ਵੈਸਟਰਨ ਆਸਟ੍ਰੇਲੀਆ ਰੈਫਰੈਂਡਮ ਥਰੂ ਬਣਦਾ ਹੈ, ਅਤੇ ਆਈਸਲੈਂਡ ਦੀ ਜੇ ਮੈਂ ਗੱਲ ਕਰਾਂ 1918 ਦੇ ਵਿੱਚ ਰੈਫਰੈਂਡਮ ਥਰੂ ਇੰਡੀਪੈਂਡੈਂਸ ਹਾਸਲ ਕਰਦਾ ਹੈ। ਅਤੇ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਤੁਸੀਂ? ਸਾਨੂੰ ਇੰਨੀ ਦੂਰ ਜਾਣ ਦੀ ਲੋੜ ਵੀ ਨਹੀਂ ਹੈਗੀ। ਜਦ ਨਹਿਰੂ ਤੇ ਗਾਂਧੀ ਨੇ ਉਰੇ ਮੋਰਚੇ ਤੋਰੇ ਸੀ, ਉਹ ਬ੍ਰਿਟਿਸ਼ ਸਿਟੀਜ਼ਨ ਸੀਗੇ, ਉਹ ਕੁਈਨ ਦੇ ਅਧੀਨ ਪਾਸਪੋਰਟ ਆਪਦੀ ਉਸ 'ਤੇ ਟਰੈਵਲ ਕਰਦੇ ਸੀਗੇ। ਅੱਜ ਅਸੀਂ ਇੱਥੇ ਫਸੇ ਹੋਏ ਹਾਂ, ਜਿਸ ਦੇਸ਼ ਨੇ ਸਾਡੇ ਪਾਰਟੀਸ਼ਨ ਕੀਤੀ, ਸਾਡਾ ਬਹੁਤ ਜ਼ਿਆਦਾ ਉਜਾੜਾ ਕਰਤਾ, ਸਾਡੇ ਗੁਰੂ ਘਰ ਵਾਂਝੇ ਕਰਤੇ, ਜਿਸ ਦੇਸ਼ ਨੇ ਸਾਡੇ ਪਾਣੀ ਰੈਪੇਰੀਅਨ ਲਾਅ ਖੋਹ ਕੇ ਹੋਰ ਨਾਨ ਰੈਪੇਰੀਅਨ ਸਟੇਟਸ ਨੂੰ, ਰਾਜਸਥਾਨ, ਹਰਿਆਣਾ, ਦਿੱਲੀ, ਚੰਡੀਗੜ੍ਹ ਨੂੰ ਦੇਤੇ, ਜਿਨ੍ਹਾਂ ਨੇ ਸਾਡਾ ਪੰਜਾਬੀ ਬੋਲਦਾ ਸੂਬਾ ਨਹੀਂ ਬਣਾਇਆ। ਸਾਨੂੰ ਆਪਣੀ ਜਵਾਨ ਵਾਸਤੇ ਜਦੋਜਹਿਦ ਕਰਨੀ ਪਈ। ਜਿਸ ਸਟੇਟ ਨੇ 1984 'ਚ ਹਰਿਮੰਦਰ ਸਾਹਿਬ 'ਤੇ ਹਮਲਾ ਕਰਤਾ, ਉਰੇ ਸਿੱਖਾਂ ਦਾ ਸ਼ਰੇਆਮ ਸ਼ਿਕਾਰ ਖੇਡਿਆ, ਉਹਨਾਂ ਦੇ ਹਿਊਮਨ ਰਾਈਟਸ ਦਾ ਕਤਲ ਕੀਤਾ ਹੈਗਾ, ਔਰ ਲਗਾਤਾਰ ਸਾਨੂੰ ਦਿਖਾਉਂਦੀ ਆ ਰਹੀ ਹੈਗੀ ਹੈ, ਜਿਹਦਾ ਇੱਕ ਨਵਾਂ ਸਬੂਤ ਤੁਹਾਡੇ ਕੋਲੇ ਕਾਲੇ ਕਾਨੂੰਨ ਜਿਹੜੇ ਕਿਸਾਨੀ ਦੇ ਸੀ ਉਹ ਆਏ ਹੈਗੇ ਆ। ਮੇਰਾ ਖਿਆਲ ਹੈ ਕਿ ਆਪਾਂ ਨੂੰ ਪਿਆਰ ਸਤਿਕਾਰ ਨਾਲ ਆਪਣੇ ਹੱਕਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ, ਅਤੇ ਆਪਾਂ ਨੂੰ ਆਪਣੇ ਵਾਸਤੇ ਇੱਕ ਆਜ਼ਾਦ ਮੁਲਕ ਮੰਗਣ ਦਾ ਹੱਕ ਹਮੇਸ਼ਾ ਰਹਿਣਾ ਚਾਹੀਦਾ। ਯੂਨਾਈਟਿਡ ਨੇਸ਼ਨਸ ਵੀ ਕਹਿੰਦਾ ਹੈ ਕਿ ਐਵਰੀ ਪੀਪਲ ਹੈਵ ਅ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਅਤੇ ਜਿੱਥੇ ਤੁਹਾਨੂੰ ਤੁਹਾਡੇ ਰਿਲੀਜਨ ਕਰਕੇ ਟਾਰਗੇਟ ਕੀਤਾ ਜਾਏ, ਤੁਹਾਨੂੰ ਮਾਰਿਆ ਜਾਏ, ਵੱਢਿਆ ਜਾਏ, ਤੁਹਾਡੇ ਉੱਤੇ ਨਜਾਇਜ਼ ਕੇਸ ਨੀਆਂ ਦੇ ਪਾਏ ਜਾਣ, ਈਡੀ ਦੇ ਪਾਏ ਜਾਣ, ਕਿਉਂਕਿ ਉਹਨਾਂ ਨੇ ਤੁਹਾਨੂੰ ਦਬਾ ਕੇ ਰੱਖਣਾ ਹੈ, ਇਹੋ ਜਿਹੇ ਥਾਂ 'ਤੇ ਜਿਵੇਂ ਰਸ਼ੀਆ ਹੁਣ ਯੂਕਰੇਨ 'ਚ ਕਰ ਰਿਹਾ, ਇਹ ਦਬਦਬਾ ਥੱਲੇ ਨਹੀਂ ਆਪਾਂ ਨੂੰ ਸੂਟ ਕਰਦਾ ਹੈਗਾ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਿਸ ਹੈਗੇ ਹੈ, ਅਤੇ ਆਪਾਂ ਨੂੰ ਆਪਣੀ ਸੋਚ ਹਮੇਸ਼ਾ ਉੱਦਾਂ ਰੱਖਣੀ ਚਾਹੀਦੀ ਹੈ। ਇਹ ਮਾਨ ਸਾਹਿਬ, ਮੈਂ ਤਾਂ ਸਵਾਲ ਕੀਤਾ ਕਿਉਂਕਿ ਜੇ ਦੇਖਿਆ ਜਾਏ ਤਾਂ ਵੋਟਾਂ ਦੀ ਜੇ ਆਪਾਂ ਗੱਲ ਕਰੀਏ, ਰੈਫਰੈਂਡਮ ਦੀ ਸਿਮਰਜੀਤ ਸਿੰਘ ਮਾਨ ਹੋਣੀ ਗੱਲ ਕਰਦੇ ਨੇ, ਪਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਵੋਟ ਪਰਸੈਂਟੇਜ ਕਾਫੀ ਘੱਟ ਜਿਹੜਾ ਉਹਨਾਂ ਨੂੰ ਮਿਲਦਾ ਹੈ। ਜੇ ਆਪਾਂ ਦੇਖੀਏ ਤਾਂ ਦੀਪ ਸਿੱਧੂ ਹੋਣਾ ਦੇ, ਉਹਨਾਂ ਦੀ ਵੀ ਆਈਡੀਓਲੋਜੀ ਸੇਮ ਸੀ, ਲੇਕਿਨ ਜਦੋਂ ਉਹਨਾਂ ਦਾ ਭੋਗ ਸੀ ਲੱਖਾਂ ਦਾ ਇਕੱਠ ਸੀ ਉੱਥੇ, ਪਰ ਉਹ ਵੋਟ ਪਰਸੈਂਟੇਜ ਦੇ ਵਿੱਚ ਕਨਵਰਟ ਨਹੀਂ ਹੋ ਪਾ ਰਿਹਾ ਜਿਹੜੀ ਆਈਡੀਓਲੋਜੀ ਤੁਸੀਂ ਗੱਲ ਕਰਦੇ ਹੋ। ਤਾਂ ਹੀ ਮੈਂ ਪੁੱਛਿਆ ਕਿ ਫੋਰਮੇਸ਼ਨ ਜਿਹੜੀ ਹੈ ਕਿਵੇਂ ਹੋਏਗੀ, ਕਿਉਂਕਿ ਬਾਕੀ ਜਿਨ੍ਹਾਂ ਦੇਸ਼ਾਂ 'ਚ ਮੈਂ ਗੱਲ ਕੀਤੀ ਉੱਥੇ ਪ੍ਰੋਪਰ ਰੈਫਰੈਂਡਮ ਹੋਏ ਨੇ, ਉੱਥੇ ਲੋਕਾਂ ਨੇ ਸਾਥ ਦਿੱਤਾ ਉਹਨਾਂ ਦਾ। ਕੈਟੋਲੀਨੀਆ ਦੀ ਜੇ ਗੱਲ ਕਰੀਏ, ਉੱਥੇ ਵੀ ਸਪੇਨ ਦੇ ਨਾਲ ਉਹਨਾਂ ਦਾ ਜਿਹੜਾ ਕੰਟਰਾਡਿਕਸ਼ਨ ਜਾਰੀ ਹੈ। ਤਾਂ ਤੁਸੀਂ ਕਿਵੇਂ ਉਹ ਚੀਜ਼ ਨੂੰ ਪੋਸੀਬਲ ਸੋਚਦੇ ਹੋ, ਜਾਂ ਕਿਵੇਂ ਸੋਚਦੇ ਹੋ? ਤੁਸੀਂ ਕਦੇ ਬੈਠ ਕੇ ਮਤਲਬ ਗੱਲਬਾਤ ਕੀਤੀ ਹੋਵੇ ਆਪਣੇ ਫਾਦਰ ਸਾਹਿਬ ਨਾਲ? ਫਾਦਰ ਸਾਹਿਬ ਨਾਲ ਗੱਲਬਾਤ ਜ਼ਰੂਰ ਬਹੁਤ ਵਾਰੀ ਹੋਈ ਹੈ, ਪਰ ਇਹ ਤਾਂ ਤੁਸੀਂ ਦੇਖੋ, ਜਦ 1999 'ਚ ਪ੍ਰਧਾਨ ਸਾਹਿਬ ਨੂੰ ਕੱਢਿਆ ਗਿਆ, ਉਹ ਲੋਕਾਂ ਦੀ ਵੋਟਾਂ ਰਾਹੀਂ ਕੱਢਿਆ ਗਿਆ ਸੀ, ਬਹੁਤ ਵੱਡੀਆਂ ਮਾਰਜਨਸ ਮਿਲੀਆਂ ਸੀਗੀਆਂ। ਉਸ ਤੋਂ ਉਪਰੰਤ ਸਾਡੇ ਜਿਹੜੇ ਚੋਣ ਹੋਣੇ ਸੀਗੇ, ਜਿੱਦਣ ਸਾਡੀ ਸਰਕਾਰ ਬਣਨੀ ਸੀ, ਉਦਣ ਰਾਤੋਂ ਰਾਤ ਨਰਸਿਮਹਾ ਰਾਓ ਨੇ ਇਲੈਕਸ਼ਨ ਬਿਲਕੁਲ ਕੈਂਸਲ ਕਰਤੇ ਸੀਗੇ। ਸਾਡੇ ਜਿਹੜੀਆਂ ਡੈਮੋਕ੍ਰੈਟਿਕ ਸੰਸਥਾ ਹੈਗੀਆਂ, ਜਿਵੇਂ SGPC ਹੈ, ਉਹਦੇ 17 ਸਾਲ ਨਹੀਂ ਚੋਣ ਹੁੰਦੇ, 10 ਸਾਲ ਹੁਣ ਨਹੀਂ ਹੋਏ ਹੈਗੇ ਆ ਚੋਣ। ਸੋ ਸਾਡੀ ਸਿਸਟਮੈਟਿਕਲੀ ਡੈਮੋਕ੍ਰੈਟਿਕ ਮੀਨਸ ਖਤਮ ਕੀਤੀਆਂ ਜਾਂਦੀਆਂ। ਇਸ ਤੋਂ ਇਲਾਵਾ ਸਾਡੇ ਪਾਰਟੀ ਦੇ ਉੱਤੇ ਅੱਜ ਪ੍ਰਧਾਨ ਸਾਹਿਬ ਦੇ ਉੱਤੇ 90 ਤੋਂ ਉੱਤੇ ਵਾਰੀ ਕੇਸ ਪਾਏ ਗਏ ਹੈਗੇ ਆ। ਉਹਨਾਂ ਨੂੰ ਕੋਈ ਘੱਟੋ ਘੱਟ 5 ਸਾਲ ਤਾਂ ਉਹਨਾਂ ਨੇ ਜੇਲ੍ਹ 1984 'ਚੋਂ ਕੱਟੇ ਸੀਗੇ। ਉਸ ਤੋਂ ਬਾਅਦ ਮੇਰਾ ਖਿਆਲ 3 ਤੋਂ 5 ਸਾਲ
ਉਹਨਾਂ ਨੂੰ ਜੇਲ੍ਹਾਂ 'ਚ ਸਰਕਾਰਾਂ ਨੇ ਅਮਰਿੰਦਰ, ਬਾਦਲ, ਭੱਠਲ, ਬਰਾੜ, ਬੇਅੰਤ ਸਾਰਿਆਂ ਨੇ ਜੇਲ੍ਹਾਂ 'ਚ ਪਾ ਕੇ ਰੱਖਿਆ ਹੈਗਾ। ਸਾਡੇ ਜਥੇਦਾਰ ਕੋਈ ਵੀ ਪ੍ਰੋਗਰਾਮ ਹੋ ਜੇ, ਪੁਲਿਸ ਨੇ ਆ ਕੇ ਸਾਡੇ ਘਰਾਂ ਤੇ ਰੇਡਾਂ ਪਾਉਣੀਆਂ ਹੈਗੀਆਂ। ਕੌਂਕੇ ਵਰਗੇ ਸਾਡੇ ਜਥੇਦਾਰ, ਉਹਨਾਂ ਨੂੰ ਫਿਜ਼ੀਕਲੀ ਐਲੀਮੀਨੇਟ ਕੀਤਾ ਗਿਆ ਹੋਇਆ। ਸਾਡੇ ਉੱਤੇ ਪੁਲਿਸ ਸਟੇਟ ਲਾਗੂ ਕੀਤਾ ਗਿਆ ਤੇ ਸਾਨੂੰ ਸਾਡੇ ਵਰਕਰ ਤੇ ਕਾਡਰ ਨੂੰ ਸਿਸਟਮੈਟਿਕਲੀ ਐਲੀਮੀਨੇਟ ਕੀਤਾ ਗਿਆ ਹੈਗਾ। ਜੇ ਅੱਜ ਤੁਸੀਂ ਕੋਈ ਵੀ ਪਾਰਟੀ ਦੇਖ ਲਓ, ਉਹਦੇ ਵਿੱਚ ਸਭ ਤੋਂ ਮੂਹਰੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਗੇ, ਕੈਪਟਨ ਅਮਰਿੰਦਰ ਸਿੰਘ ਮੁੱਢਲੇ ਸਾਡੇ ਮੈਂਬਰ ਸੀਗੇ, ਟੌੜਾ ਸਾਹਿਬ ਸਾਡੇ ਮੁੱਢਲੇ ਮੈਂਬਰ ਸੀਗੇ, ਬਰਨਾਲਾ ਸਾਹਿਬ ਮੁੱਢਲੇ ਮੈਂਬਰ ਸੀਗੇ, ਤਲਵੰਡੀ ਸਾਹਿਬ ਸਾਡੇ ਮੁੱਢਲੇ ਮੈਂਬਰ ਸੀ, ਰਵਿੰਦਰ ਸਾਡੇ ਮੁੱਢਲੇ ਮੈਂਬਰ ਸੀਗੇ, ਅਜੀਤ ਸਿੰਘ ਮੋਫਰ ਸਾਡੇ ਮੁੱਢਲੇ ਮੈਂਬਰ ਸੀਗੇ। ਜੇ ਤੁਸੀਂ ਆਮ ਆਦਮੀ ਪਾਰਟੀ 'ਚ ਦੇਖ ਲਓ, ਸਾਰੇ ਉੱਥੇ ਸਾਡੇ ਮੈਂਬਰ ਸੀਗੇ, ਬੈਂਸ ਭਰਾ ਸਾਡੇ ਮੈਂਬਰ ਸੀਗੇ। ਇਹ ਛੱਡੇ ਕਿਉਂ? ਕਿਉਂਕਿ ਸੈਂਟਰ ਨੇ ਇਹਨਾਂ ਦੇ ਉੱਤੇ ਇੰਨਾ ਦਬਾਅ ਤੇ ਸਕੰਜਾ ਕੱਸਿਆ, ਇਹਨਾਂ ਦੇ ਹਿਊਮਨ ਰਾਈਟਸ ਕੱਟ ਲਏ, ਇਹਨਾਂ ਨੂੰ ਮਾਰਿਆ, ਕੁੱਟਿਆ, ਡਰਾਇਆ, ਧਮਕਾਇਆ, ਤਾਂ ਇਹ ਪਰਾਂ ਹੋਏ ਆ। ਜਦ ਤੁਸੀਂ ਕਹਿੰਦੇ ਹੋ ਕਿ ਵੋਟਾਂ ਨਹੀਂ ਪੈਂਦੀਆਂ, ਫਿਰ ਤੁਸੀਂ ਸਟੇਟ ਦਾ ਐਕਸ਼ਨ ਵੀ ਤਾਂ ਸਮਝੋ ਕਿ ਇਹਨਾਂ ਨੇ ਜਿੰਨੀ ਮਾਰ ਕੁਟਾਈ ਕੀਤੀ ਹੈ, ਜਿੰਨੇ ਧਮਕੀਆਂ ਦਿੱਤੀਆਂ, ਜਿਵੇਂ ਅੱਜ ਬੀਜੇਪੀ ਆਪਰੇਟ ਕਰਦੀ ਹੈ, ਇਸੇ ਤਰ੍ਹਾਂ ਕਾਂਗਰਸ ਨੇ ਆਪਰੇਟ ਕੀਤਾ, ਇਸੇ ਤਰ੍ਹਾਂ ਹੋਰ ਸਰਕਾਰਾਂ ਨੇ ਕੀਤਾ ਹੈਗਾ। ਸੋ ਜਬਰ ਅਧੀਨ ਵੋਟਾਂ ਨੂੰ ਜ਼ਰੂਰ ਇਹਨਾਂ ਨੇ ਵਾਂਝਾ ਕੀਤਾ ਹੈਗਾ। ਇਹੀ ਕੰਮ ਤੁਸੀਂ ਦੇਖੋ ਕਸ਼ਮੀਰ 'ਚ ਹੋ ਰਿਹਾ ਹੈਗਾ, ਇਹੀ ਕੰਮ ਨਾਗਾਲੈਂਡ 'ਚ ਹੋਇਆ ਹੈਗਾ। ਸੋ ਇਹ ਇੱਕ ਸਟੇਟ ਜਬਰ ਵਾਲਾ ਹੈਗਾ, ਜਿਵੇਂ ਰਸ਼ੀਆ ਯੂਕਰੇਨ ਦੇ ਉੱਤੇ ਜਬਰ ਦੇ ਨਾਲ ਕਬਜ਼ਾ ਕਰ ਰਿਹਾ ਹੈਗਾ, ਉਹਨਾਂ ਦੇ ਰਾਈਟਸ ਖੋਹ ਕੇ ਕਹੂਗਾ ਕੋਈ ਪਪਟ ਬੰਦਾ ਆਪਣਾ ਖੜਾ ਕਰਕੇ। ਉਹਨਾਂ ਦੀ ਗੇਮ ਪਲਾਨ ਹੀ ਇਹੀ ਹੈ, ਜਿਸ ਕਰਕੇ ਮਾਨ ਸਾਹਿਬ ਕਹਿੰਦੇ ਆ ਕਿ ਇਸ ਜਬਰ ਦੇ ਬਰਖਲਾਫ ਸਾਨੂੰ ਯੂਕਰੇਨ 'ਚ ਵੀ ਖੜਾ ਹੋਣਾ ਚਾਹੀਦਾ, ਇੱਥੇ ਵੀ। ਤੁਸੀਂ ਪੁਰਾਣੇ ਲੀਡਰਾਂ ਦੀ ਗੱਲ ਕੀਤੀ ਹੈ, ਜੇ ਦੇਖਿਆ ਜਾਵੇ ਤਾਂ ਟੌੜਾ ਪਰਿਵਾਰ ਜੋ ਉਹਨਾਂ ਦੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਹੈਗਾ। ਪਿਛਲੇ ਦਿਨੀ ਦੇਖਿਆ ਆਪਾਂ, ਕਦੇ ਬੈਠ ਕੇ ਉਹਨਾਂ ਨਾਲ ਚਰਚਾ ਹੋਈ ਹੈ ਕਿਸੇ ਹੋਰ ਨਾਲ? ਅਜੀਤ ਸਿੰਘ ਮੋਫਰ ਤੁਸੀਂ ਗੱਲ ਕੀਤੀ ਹੈ, ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ ਹੈ, ਕਦੇ ਆਫ ਦੀ ਰਿਕਾਰਡ ਤੁਸੀਂ ਬੈਠ ਕੇ ਗੱਲ ਚਰਚਾ ਹੋਈ ਹੈ ਇਸ ਵਿਸ਼ੇ ਤੇ? ਉਹਨਾਂ ਦੇ ਐਕਸ਼ਨਸ ਆਪਣੇ ਆਪ 'ਚ ਬੋਲਦੇ ਆ ਜੀ। ਇਹਦੇ ਬਾਰੇ ਹੁਣ ਗਏ ਹੋਏ ਨੂੰ ਅਸੀਂ ਥੋੜ੍ਹੀ ਰੋਂਦੇ ਹੈਗੇ ਆ। ਹਰੇਕ ਦੀਆਂ ਮਜਬੂਰੀਆਂ ਹੈਗੀਆਂ, ਉਹ ਆਪਣੇ ਇੰਟਰਸਟ 'ਚ ਚੱਲਦਾ ਹੈਗਾ। ਪ੍ਰਧਾਨ ਸਾਹਿਬ ਨੇ ਆਪਣਾ ਸਟੈਂਡ ਰੱਖਿਆ ਹੈਗਾ। ਮੇਰਾ ਖਿਆਲ ਇਹਦੇ ਵਿੱਚ ਕੋਈ ਗੱਲ ਤਾਂ ਰਹਿ ਨਹੀਂ ਜਾਂਦੀ ਹੈਗੀ। ਅਸੀਂ ਆਪਣੇ ਵਾਸਤੇ ਤਾਂ ਕੋਈ ਤਰਲੇ ਮਿੰਨਤਾਂ ਕਰਨੀਆਂ ਨਹੀਂ, ਸੋਚ ਅਧੀਨ ਸਾਡੀ ਪਾਰਟੀ ਖੜੀ ਹੈ ਤੇ ਤੁਰਦੀ ਹੈ। ਸੋ ਇਹਨਾਂ ਦੇ ਐਕਸ਼ਨ ਸਪੀਕ ਕਰਦੇ ਆ। ਕੋਈ ਇਹਨਾਂ ਨਾਲ ਆਮ ਮੇਲ 'ਚ ਕਿਤੇ ਕੋਈ ਗੱਲ-ਗੁਲ ਹੋ ਜੇ, ਪਰ ਮੈਂ ਇਸ ਗੱਲ ਦਾ ਨਹੀਂ ਜਾਣੂ ਕਿ ਅਸੀਂ ਕੋਈ ਇਹੋ ਜਿਹੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਕੋਈ ਖਾਸ ਤਰ੍ਹਾਂ ਅਸੀਂ ਮਿਲੀਏ ਜਾਂ ਗੱਲ ਕਰੀਏ। ਦੀਪ ਸਿੱਧੂ ਹੋਣਾ ਦੀ ਜੋ ਘਟਨਾ ਹੋਈ ਹੈ, ਤੁਸੀਂ ਪਹਿਲੀ ਵਾਰ ਕਦੋਂ ਮਿਲੇ ਸੀ ਉਹਨਾਂ ਨੂੰ? ਮੈਂ ਕੋਈ 6 ਮਹੀਨੇ ਪਹਿਲਾਂ ਸੰਦੀਪ ਸਿੰਘ ਨੂੰ ਮਿਲਿਆ ਸੀਗਾ। ਜਦ ਇਹ ਦਿੱਲੀ ਤੋਂ ਛੁੱਟ ਕੇ ਆਏ ਸੀਗੇ, ਇਹਨਾਂ ਨੇ ਪ੍ਰਧਾਨ ਸਾਹਿਬ ਨਾਲ ਮੇਲ ਕੀਤਾ ਸੀਗਾ, ਮੈਂ ਉੱਥੇ ਹਾਜ਼ਰ ਸੀਗਾ। ਅਤੇ ਮੈਨੂੰ ਯਾਦ ਹੈ, ਮੈਂ ਥੋੜ੍ਹਾ ਜਿਹਾ ਮੇਰੇ ਮਨ 'ਚ ਸੀਗਾ ਕਿ ਇਹ ਖੜਨਗੇ ਨਹੀਂ ਖੜਨਗੇ। ਅਤੇ ਇਹਨਾਂ ਨੇ ਜਦ ਮੀਟਿੰਗ ਕੀਤੀ ਪ੍ਰਧਾਨ ਸਾਹਿਬ ਨਾਲ, ਜਿਹੋ ਜਿਹੀਆਂ ਗੱਲਾਂ ਕੀਤੀਆਂ, ਮੈਂ ਕਾਫੀ ਇੰਪ੍ਰੈਸ ਹੋਇਆ ਕਿ ਇੱਕ ਨੌਜਵਾਨ ਜਿਹਦਾ ਇਸ ਸਖਤਾਈ ਦਾ ਉਹਨਾਂ ਨੇ ਸਾਹਮਣਾ ਪਹਿਲਾਂ ਨਾ ਕੀਤਾ ਹੋਏ, ਠੀਕ ਹੈ ਨਾ ਜੀ। ਉਹਨਾਂ ਨੇ ਸੰਘਰਸ਼ ਕਿਸਾਨੀ ਵਾਲਾ ਲੜਿਆ, ਫਿਰ ਜਬਰ ਪੁਲਿਸ ਦਾ ਜਿਹੜਾ ਇਹਨਾਂ ਦੇ ਉੱਤੇ ਜਿਹੜੀ ਮੈਂ ਗੱਲਾਂ ਕਰਦਾ ਕੇਸ ਪਾਤੇ, ਅੰਦਰ ਕਰਤਾ। ਜਦ ਕਿ ਨਿਸ਼ਾਨ ਸਾਹਿਬ ਚੜਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ। ਫੌਜਾਂ ਇਹਦੇ ਹੇਠ ਲੜਦੀਆਂ ਭਾਰਤ ਦੇ ਪੱਖ 'ਚ, ਉਹਨੂੰ ਮੁੱਦਾ ਬਣਾ ਕੇ ਜਿਹੜੇ ਸਾਈਡ 'ਤੇ ਸੀਗੇ ਉਹਨਾਂ ਦੇ ਉੱਤੇ ਪਾ ਕੇ ਧਮਕੀਆਂ ਕਮਿਸ਼ਨਰ ਨੇ ਦਿੱਤੀਆਂ। ਮੈਂ ਇਸ ਗੱਲੋਂ ਬਹੁਤ ਇੰਪ੍ਰੈਸ ਸੀਗਾ ਕਿ ਇਹਨਾਂ ਨੇ ਝੁਕੇ ਨਹੀਂ ਅਤੇ ਉਸ ਤੋਂ ਉਪਰੰਤ ਇਹ ਲੜਦੇ ਰਹੇ ਅਤੇ ਇਹੋ ਜਿਹੀ ਸੋਚ ਦੇ ਉੱਤੇ ਇਹਨਾਂ ਨੇ ਪਹਿਰਾ ਦਿੱਤਾ, ਜਿਹਦੇ ਉੱਤੇ ਮੈਂ ਸੋਚਿਆ ਸੀ ਕਿ ਸ਼ਾਇਦ ਹੋਰ ਕੋਈ ਖੜਦਾ ਨਹੀਂ ਹੈਗਾ। ਜੇ ਮੈਂ ਢਹਿੰਦੀ ਕਲਾ ਵਾਲੀ ਗੱਲ ਕੀਤੀ ਹੈ, ਜਿਹੜੇ ਅਕਾਲ ਤਖਤ ਸਾਹਿਬ 'ਤੇ ਸੌਂਹਾਂ ਚੱਕ ਕੇ ਅਮਰਿੰਦਰ ਟੌੜੇ ਵਰਗੇ ਭੱਜ ਗਏ, ਤਾਂ ਇਹ ਚੜ੍ਹਦੀ ਕਲਾ ਵਾਲੀ ਗੱਲ ਹੈ। ਦੂਜੀ ਵਾਰੀ ਇਹਨਾਂ ਨੇ ਵਾਰਿਸ ਪੰਜਾਬ ਦਾ ਸਟੇਜ ਫਤਿਹਗੜ੍ਹ ਸਾਹਿਬ ਲਾਇਆ ਸੀ, ਉੱਥੇ ਜਾ ਕੇ ਮੈਂ ਬੋਲਿਆ ਸੀਗਾ ਅਤੇ ਜਿਹੜੀਆਂ ਗੱਲਾਂ ਕੀਤੀਆਂ ਉਹ ਸਰਦੀਪ ਸਿੰਘ ਹੋਣਾ ਨੇ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਮਹਿਸੂਸ ਕੀਤਾ, ਉਹਨਾਂ ਨੂੰ ਠੀਕ ਸਮਝਿਆ ਅਤੇ ਅਸੀਂ ਆਪਣੇ ਆਜ਼ਾਦ ਹੋਣ ਦੀ ਗੱਲ ਕੀਤੀ। ਅਤੇ ਤੀਜੀ ਵਾਰੀ ਉਹਨਾਂ ਦਾ ਆਖਰੀ ਜਿਹੜਾ ਸਿਆਸੀ ਦੌਰਾ ਸੀਗਾ,
ਉਹ ਦਾਸ ਦੇ ਪੱਖ 'ਚ ਉਹਨਾਂ ਨੇ 5 ਥਾਂ ਸਾਡੇ ਪ੍ਰੋਗਰਾਮ ਕਰਾਏ ਸੀ, ਜਿਹਦੇ ਨਾਲ ਸਾਡਾ ਬਹੁਤ ਵੱਡਾ ਯੂਥ ਦੇ ਵਿੱਚ ਉਭਾਰ ਆ ਗਿਆ ਸੀਗਾ। ਅਤੇ ਉਹ ਫਿਰ ਉਹ ਸ਼ਾਮ ਨੂੰ ਅਖੀਰਲਾ ਪ੍ਰੋਗਰਾਮ ਕਰਕੇ ਬੰਬੇ ਲਈ ਰਵਾਨਾ ਹੋ ਗਏ ਸੀਗੇ। ਅਤੇ ਉਹਦੇ ਬਾਅਦ ਫਿਰ ਜਿਹੜਾ ਹਾਦਸਾ ਬੀਤਿਆ ਉਹ ਖਬਰ ਸਾਨੂੰ ਆਈ ਸੀ। ਉਹ ਕਹਿੰਦੇ ਸੀ ਕਿ ਮੈਂ ਇੱਕ ਵਾਰੀ ਫੇਰ ਆ ਕੇ ਗੇੜਾ ਲਾ ਦੂੰਗਾ, ਪਰ ਉਹ ਹੋਇਆ ਨਹੀਂ। ਉਹ ਬੜੇ ਅਫਸੋਸ ਵਾਲੀ ਗੱਲ ਹੋਈ। ਉਹ ਲਗਾਤਾਰ ਕੰਪੇਨ ਵੀ ਜਿਹੜੀ ਉਹਨਾਂ ਨੇ ਸਾਂਭੀ ਹੋਈ ਸੀ, ਇਹ ਗੱਲ ਕਰੀਏ ਅਮਰਗੜ੍ਹ ਤੋਂ ਮਾਨ ਸਾਹਿਬ ਉਹਨਾਂ ਦੀ, ਅਤੇ ਉਹਨੇ ਹਾਦਸੇ ਨੂੰ ਲੈ ਕੇ ਜਿਹੜਾ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਕੌਂਸਪੀਰੇਸੀ ਹੈਗੀ, ਇਹ ਸਾਜ਼ਿਸ਼ ਹੈ। ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਅੱਜ ਤੱਕ ਜਿਹੜੇ ਵੀ ਸਿੱਖਾਂ ਦੇ ਕਤਲੇਆਮ ਹੋਏ ਆ ਇਸ ਦੇਸ਼ 'ਚ, ਉਹਨਾਂ 'ਚ ਕੋਈ ਨਤੀਜੇ ਨਹੀਂ ਨਿਕਲੇ। ਜੇ 1984 ਤੁਸੀਂ ਦੇਖ ਲਓ, ਉਹਦੇ ਵਿੱਚ ਸਾਰਾ ਸਟੇਟ ਇਨਵੋਲਵ ਸੀਗਾ। ਦਿੱਲੀ ਵਿੱਚ ਆਰਮੀ, ਨੇਵੀ, 에ਅਰਫੋਰਸ, BSF, CRPF, ਸਾਰੇ ਮੰਤਰਾਲੇ ਸਾਰਾ ਉੱਥੇ ਬੈਠਾ ਹੈ। ਅਤੇ 3 ਦਿਨ ਸਾਡਾ ਸ਼ਰੇਆਮ ਸ਼ਿਕਾਰ ਖੇਡਿਆ ਗਿਆ। ਸੜਦੇ ਟਾਇਰ ਸਾਡੇ ਗਲਾਂ 'ਚ ਪਾਏ, ਬੀਬੀਆਂ ਨੂੰ ਬੇਪਤ ਕੀਤਾ, ਅਤੇ ਉਹਦਾ ਕੋਈ ਇਹਨਾਂ ਨੂੰ ਫਰਕ ਹੀ ਨਹੀਂ। ਇਹਨਾਂ ਨੇ ਕੋਈ ਉਹਦੇ 'ਤੇ ਕਾਰਵਾਈ ਨਹੀਂ ਕੀਤੀ ਅੱਜ ਤਾਈਂ। ਆਪਣੇ ਆਪ ਨੂੰ ਸੁਪਰੀਮ ਕੋਰਟ ਕਹਿੰਦੇ ਆ, ਇਹਨਾਂ 'ਚ ਹੈ ਹੀ ਨਹੀਂ ਦਮ। ਜੇ ਕਿਸੇ ਬਾਬੇ ਨੂੰ ਸਾੜੀ ਪਾ ਕੇ ਫੜ ਲੈਣ ਤਾਂ ਉਹਦੇ ਵਾਸਤੇ ਬੋਲ ਪੈਂਦੇ ਆ ਸੋ ਮੋਟੋ ਹਾਈ ਕੋਰਟ। ਪਰ ਸਾਡੇ ਸਿੱਖਾਂ ਦੇ ਸਾੜਨ 'ਤੇ ਕੁਛ ਨਹੀਂ ਹੋਇਆ। ਇੱਧਰ ਨੂੰ ਆ ਜਾਈਏ, ਹੋਂਦ ਚਿੱਲੜ 'ਚ ਪੂਰਾ ਪਿੰਡ ਦਾ ਪਿੰਡ ਸਾੜ ਕੇ ਉਹਨਾਂ ਨੂੰ ਮਾਰਤਾ, ਉਹਦਾ ਕੁਛ ਨਹੀਂ ਹੋਇਆ ਹੈਗਾ। ਜਦ ਚਿਟੀ ਸਿੰਘਪੁਰਾ ਹੋਇਆ, ਪ੍ਰਧਾਨ ਸਾਹਿਬ ਨੇ ਪਹਿਲਾਂ ਬਿਆਨ ਦਿੱਤਾ ਸੀਗਾ ਕਿ ਹਾਂ ਇਹ ਲੱਗਦਾ ਹੈ ਕਿ ਕੋਈ ਉੱਧਰ ਮੁਜਾਹਿਦੀਨ ਜਾਂ ਕੁਛ ਕਰ ਗਏ, ਕਿਉਂਕਿ ਸਰਕਾਰ ਨੇ ਇਹ ਬਿਆਨ ਦਿੱਤਾ। ਉਹਦਾ ਖੁਲਾਮਾ ਉਦੋਂ ਹੋਇਆ ਜਦ ਮੈਡਲਿਨ ਆਲਬਰਾਈਟ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਬਿਲ ਕਲਿੰਟਨ ਜਦ ਉਰੇ ਆਇਆ ਸੀਗਾ ਤਾਂ ਉਦੋਂ ਹਿੰਦੂ ਟੈਰਰਿਸਟ ਨੇ ਚਿਟੀ ਸਿੰਘਪੁਰਾ 'ਚ ਸਿੱਖਾਂ ਨੂੰ ਮਾਰ ਕੇ ਇੰਟਰਨੈਸ਼ਨਲ ਇਸ਼ੂ ਬਣਾਤਾ ਸੀਗਾ। ਅਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਗੱਲ ਦੇ ਉੱਤੇ ਆਏ ਸੀਗੇ। ਇਸ ਪੱਖੋਂ ਜਿਹੜਾ ਪੱਤਰਕਾਰ ਸੀ ਜਿਹਨੇ AK-47 ਚਿਦੰਬਰਮ ਸਟੇਟ ਇੰਪੋਰਟ ਕਰਦਾ ਸੀਗਾ, ਉਹਦੀ ਡੈਥ ਬਾਰੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਹੈਗਾ। ਜਿਹੜਾ ਇੰਡੀਅਨ ਸਟੇਟ ਹੈ, ਇਹਨੇ ਲਗਾਤਾਰ ਸਿਸਟਮੈਟਿਕਲੀ ਸਾਨੂੰ ਆਪਣੇ ਹਿਊਮਨ ਰਾਈਟਸ ਤੋਂ ਵਾਂਝਾ ਕੀਤਾ ਹੈ, ਸਾਨੂੰ ਮਾਰਿਆ ਅਤੇ ਵੱਢਿਆ, ਅਤੇ ਸਾਡਾ ਕਤਲੇਆਮ ਦਾ ਜ਼ਿੰਮੇਵਾਰ ਹੈ। ਜੇ ਇੱਥੇ ਅੱਜ ਦੀ ਸੰਦੀਪ ਸਿੰਘ ਸਿੱਧੂ ਦੀ ਦੇਹਾਂਤ ਹੁੰਦੀ ਹੈ, ਉਹਦਾ ਬਤੌਰ ਕੌਮ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਇੱਕ ਡੂੰਘੇ ਤਰੀਕੇ ਨਾਲ ਦੇਖੀਏ, ਉਹਦੀ ਪੜਤਾਲ ਕਰਵਾਈਏ। ਉਹਦੇ ਮੌਤ ਨੂੰ ਆਪਾਂ ਸਿੱਧੇ ਢੰਗ ਨਾਲ ਐ ਨਾ ਮੰਨੀਏ ਕਿ ਕੁਛ ਇਹ ਹੋ ਨਹੀਂ ਸਕਦਾ। ਇਹ ਚਿਟੀ ਸਿੰਘਪੁਰਾ ਵੀ ਬਾਅਦ 'ਚ ਖੁੱਲ੍ਹਿਆ ਸੀਗਾ। ਸੋ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਇਹਦੇ ਉੱਤੇ ਸਾਨੂੰ ਗੌਰ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਪਿਛੋਕੜ 'ਚ ਹੋ ਗਿਆ। ਚੰਡੀਗੜ੍ਹ 'ਚ ਬੈਠੇ ਆ, ਉਰੇ ਮੁਲਤਾਨੀ ਸਾਹਿਬ ਦਾ ਕੇਸ ਉਰੇ 17 ਸੈਕਟਰ ਦੇ ਥਾਣੇ ਦੇ ਵਿੱਚ ਹੋਇਆ ਹੈਗਾ, ਉਹਦਾ ਕੁਛ ਨਹੀਂ ਸਾਨੂੰ ਪਤਾ ਲੱਗ ਰਿਹਾ ਹੈਗਾ, ਉਹਦੇ ਕੰਕਲੂਜਨ ਨਹੀਂ ਆ ਰਹੇ। ਸੁਮੇਧ ਸੈਣੀ ਵਰਗੇ ਅੱਜ ਵੀ ਆਜ਼ਾਦ ਫਿਰਦੇ ਹੈਗੇ ਆ। ਸਾਡੇ ਕੋਟਕਪੂਰੇ 'ਚ 2 ਨੌਜਵਾਨ ਉਹਨਾਂ ਨੇ ਫਾਇਰਿੰਗ ਕਰਕੇ ਮਾਰਤੇ, ਉਹਦਾ ਕੁਛ ਨਹੀਂ ਸਾਨੂੰ ਨਤੀਜਾ ਮਿਲ ਰਿਹਾ ਹੈਗਾ। ਗੁਰੂ ਸਾਹਿਬ ਦੀ ਬੇਅਦਬੀ ਹੋ ਗਈ 5 ਸਾਲ, ਉਹਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਹੈਗਾ। ਅਤੇ ਜੇ ਰਾਮਦੇਵ ਜਿਹੜਾ ਯੋਗੀ ਹੈਗਾ, ਇਹ ਸਾੜੀ ਪਾ ਕੇ ਇਹਨੂੰ ਗ੍ਰਿਫਤਾਰ ਕਰ ਲਓ, ਹਾਈ ਕੋਰਟ ਕਹਿੰਦਾ ਸੋ ਮੋਟੋ ਐਕਸ਼ਨ ਲਓ ਇਸ 'ਤੇ। ਇਹਦੀ ਸਾਡਾ ਰਾਈਟ ਟੂ ਲਾਈਫ ਨਹੀਂ ਉਰੇ ਸੈਕਰੋਸੈਂਕਟ, ਉਹਨਾਂ ਦੇ ਸਾੜੀ ਪਾ ਕੇ ਭੱਜਣ ਫਿਰਨ ਦੀ ਆਜ਼ਾਦੀਆਂ ਦੇ ਉੱਤੇ ਇਹ ਦੇਸ਼ ਕੰਮ ਕਰਦਾ ਹੈਗਾ। ਤੁਸੀਂ ਉਠਾਓਗੇ ਮੁੱਦਾ ਜਾਂਚ ਦਾ, ਦੀਪ ਸਿੱਧੂ ਉਹਨਾਂ ਦੀ ਗੱਲ ਕਰੀਏ? ਅਸੀਂ ਤਾਂ ਉਠਾਇਆ ਹੀ ਹੋਇਆ ਹੈਗਾ ਜੀ। ਅਸੀਂ ਇਹਦੇ ਬਾਰੇ ਮੰਗ ਕੀਤੀ ਹੈਗੀ ਆ। ਹੁਣ ਪ੍ਰਧਾਨ ਸਾਹਿਬ ਜਿੱਦਾਂ ਨਤੀਜੇ ਆਉਣਗੇ, ਅਸੀਂ ਇਹਨੂੰ ਅੱਗੇ ਵੀ ਤੋਰਨ ਦਾ ਯਤਨ ਕਰਾਂਗੇ। ਸੋ ਇਹ ਸਾਡੇ ਮਨ 'ਚ ਤਾਂ ਇਹਦਾ ਫਿਕਰ ਹੈਗਾ। ਜੇ ਮਾਨ ਸਾਹਿਬ ਤੁਹਾਡੇ ਅਰਲੀਅਰ ਡੇਜ਼ ਦੀ ਗੱਲ ਕਰੀਏ, ਜਦੋਂ ਸਿਮਰਜੀਤ ਸਿੰਘ ਮਾਨ ਹੋਣੀ ਜੇਲ੍ਹ ਵਿੱਚ ਸੀ, ਉਦੋਂ ਕੋਆਰਡੀਨੇਸ਼ਨ ਤੁਹਾਡਾ ਕਿੱਦਾਂ ਦਾ ਸੀ ਆਪਣੇ ਫਾਦਰ ਸਾਹਿਬ ਨਾਲ? ਕਿਉਂਕਿ ਤੁਹਾਡੀ ਸਿਸਟਰ ਹੋਰਾਂ ਦੀ ਇੱਕ ਬੁੱਕ ਵੀ ਇੱਕ ਪਬਲਿਸ਼ ਹੋਈ ਸੀ, ਸਟੋਲਨ ਈਅਰਸ, ਜੇ ਮੈਂ ਗੱਲ ਕਰਾਂ, ਤੁਹਾਡਾ ਕਿਵੇਂ ਸੀ ਉਹਨਾਂ ਨਾਲ ਕੋਆਰਡੀਨੇਸ਼ਨ? ਉਦੋਂ ਮਿਲਣ ਜਾਂਦੇ ਹੁੰਦੇ ਸੀ? ਮੈਂ 13 ਸਾਲ ਦੀ ਉਮਰ ਦਾ ਸੀ ਉਦੋਂ, ਅਤੇ ਮਿਲਣ ਜ਼ਰੂਰ ਜਾਂਦੇ ਸੀ। ਪਹਿਲਾਂ ਅਸੀਂ ਉਹਨਾਂ ਨੂੰ ਭਰਤਪੁਰ ਜੇਲ੍ਹ ਦੇ ਵਿੱਚ ਮਿਲੇ ਸੀਗੇ, ਅਤੇ ਬੜਾ ਹੋਰ ਓਪਰਾ ਲੱਗਦਾ ਹੁੰਦਾ ਸੀਗਾ ਕਿ ਜੇਲ੍ਹਾਂ ਬਾਹਰ ਖੜ੍ਹੇ ਰਹੋ, ਤੁਹਾਨੂੰ ਅੰਦਰ ਲੈ ਕੇ ਜਾਂਦੇ ਸੀ, ਇਕੱਲੇ ਨਹੀਂ ਬੈਠਣ ਦਿੰਦੇ ਸੀ, ਹਮੇਸ਼ਾ ਕੋਈ ਨਾ ਕੋਈ ਉੱਥੇ ਨਾਲ ਹੁੰਦਾ ਸੀਗਾ। ਪ੍ਰਧਾਨ ਸਾਹਿਬ ਦੇ ਹਾਲਾਤ ਦੇਖ ਕੇ ਬਹੁਤ ਘਬਰਾਹਟ ਹੁੰਦੀ ਸੀਗੀ। ਅਤੇ ਉਸ ਤੋਂ ਉਪਰੰਤ ਜਦ ਭਾਗਲਪੁਰ ਚਲੇ ਗਏ,
ਫਿਰ ਸਾਡੇ ਘੱਟੋ ਘੱਟ 2-3 ਦਿਨ ਉਹਨਾਂ ਨੂੰ ਪਹੁੰਚਣ 'ਚ ਲੱਗ ਜਾਂਦੇ ਸੀਗੇ। ਫਿਰ ਉੱਥੇ ਰਹੀਦਾ ਸੀਗਾ, ਜੇਲ੍ਹਾਂ 'ਚ ਜਾ ਕੇ ਟਾਈਮ ਨਹੀਂ ਸੀ ਮਿਲਦਾ ਉਹਨਾਂ ਨੂੰ, ਕਚਹਿਰੀਆਂ 'ਚ ਕਦੀ ਕਦੀ ਮਿਲ ਲਈਦਾ ਸੀ ਜਦ ਤਰੀਕ ਪੈਂਦੀ ਸੀਗੀ। ਸੋ ਇਹੋ ਜਿਹੀਆਂ ਚੀਜ਼ਾਂ ਦੇ ਅਸੀਂ ਵਾਕਿਫ ਸੀ, ਜਾਣੂ ਸੀਗੇ। ਅਤੇ ਅਖੀਰ ਤੱਕ ਤਾਂ ਤਕਰੀਬਨ ਐਵੇਂ ਹੋਣ ਲੱਗ ਪਿਆ ਸੀ ਕਿ ਮਤਲਬ ਮੈਂ ਆਪਣੀ 10ਵੀਂ ਤਾਈਂ ਆਪਣੇ ਐਗਜ਼ਾਮ ਦੇਣ ਲੱਗਿਆ ਸੀ। ਉਹ ਫਿਰ ਉਦੋਂ ਫਿਰ ਅਸੀਂ ਆਪਣੇ ਦਿਮਾਗ 'ਚੋਂ ਗੱਲ ਕੱਢ ਵੀ ਦਿੰਦੇ ਸੀ ਕਿ ਪ੍ਰਧਾਨ ਸਾਹਿਬ ਹੈ ਨਹੀਂ ਗੇ। ਅਤੇ ਅਸੀਂ ਆਪਣੇ ਜੂਨ ਨੂੰ ਘੱਟੋ ਘੱਟ ਮੇਰੇ ਮਨ 'ਚੋਂ ਮੈਂ ਤਾਂ ਥੋੜ੍ਹਾ ਜਿਹਾ ਭੁੱਲਣ ਵੀ ਲੱਗ ਗਿਆ ਸੀ ਮੈਂ ਆਪਣੀ ਜ਼ਿੰਦਗੀ। ਸੋ ਇਹ ਮੇਰੇ 'ਚ ਕਮੀ ਸਮਝ ਲਓ ਜਾਂ ਜੂਨ ਦਾ ਇੱਕ ਇਫੈਕਟ ਸਮਝ ਲਓ, ਪਰ ਇਹ ਦੇਸ਼ ਨੇ ਇੱਕ ਬੰਦੇ ਨੂੰ ਫੜ ਕੇ ਨਿਚੋੜ ਕੇ ਕੁੱਟ ਕੇ ਮਾਰ ਕੇ ਆਪਣੇ ਪਰਿਵਾਰ 'ਚੋਂ ਵੀ ਕੱਢਤਾ ਸੀ। ਜੇ ਸੰਗਤਾਂ ਉਦੋਂ ਉੱਠਦੀਆਂ ਨਾ ਅਤੇ ਵੋਟਾਂ ਨਾ ਪਾਉਂਦੀਆਂ ਤਾਂ ਮੇਰਾ ਖਿਆਲ ਹੈ ਸਰ ਸਿਮਰਨਜੀਤ ਸਿੰਘ ਮਾਨ ਭੁੱਲੇ ਵੀ ਜਾਣੇ ਸੀਗੇ। ਜਿਸ ਕਰਕੇ ਅੱਜ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਨੂੰ ਆਪਾਂ ਯਾਦ ਰੱਖੀਏ, ਉਹਨਾਂ ਦੇ ਵਾਸਤੇ ਆਪਾਂ ਕੌਮੀ ਤੌਰ 'ਤੇ ਮੰਗ ਰੱਖੀਏ, ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਹੈਗੇ ਆ ਲੋਕ ਅੱਗੇ ਵਧਣ ਲੱਗ ਪਏ ਹੈਗੇ ਆ। ਪਰ ਇਹ ਯਾਦ ਰੱਖਣੀਆਂ ਪੈਣੀਆਂ ਤੁਹਾਨੂੰ, ਕਿਉਂਕਿ ਜਿਹੜਾ ਬੇਅੰਤ ਸਿੰਘ ਹੈ ਉਹ ਕੋਈ ਸਧਾਰਨ ਬੰਦਾ ਨਹੀਂ ਸੀ। ਉਹਨੇ ਸਾਡਾ ਰਾਈਟ ਟੂ ਲਾਈਫ ਇੱਕ ਕੌਮ ਦਾ ਖੋਹ ਕੇ ਇੱਕ ਹਥਿਆਰਬੰਦ ਰਾਖਸ਼ਾਂ KPS ਗਿੱਲ, ਸੁਮੇਧ ਸੈਣੀ, ਅਜ਼ਾਰ ਆਲਮ, ਅਨੂਪ ਸੰਧੂ, ਸਾਰੇ ਘੋੜਨਾ, ਸਾਰੇ ਪੁਲਿਸ ਅਫਸਰਾਂ ਨੇ ਸਾਡਾ ਸ਼ਰੇਆਮ ਸ਼ਿਕਾਰ ਖੇਡਿਆ। ਇਹਨਾਂ ਨੇ ਚੱਕ ਕੇ ਸੀਨੇ ਪਾੜ ਕੇ ਲੋਕਾਂ ਦੇ ਪਿੱਛੋਂ ਆਂਦਰਾਂ ਦੇ ਵਿੱਚ ਇਹਨਾਂ ਨੇ ਮਿਰਚ ਵਾਲੇ ਡੰਡੇ ਵਾੜ ਕੇ ਇੱਥੇ ਮੁਲਤਾਨੀ ਸਾਹਿਬ ਨਾਲ ਜਿਵੇਂ ਹੋਇਆ, ਇਹ ਰਾਖਸ਼ ਦੇਸ਼ ਨੇ ਇਹ ਕੀਤਾ ਹੈਗਾ। ਅਤੇ ਇਹ ਬੰਦਿਆਂ ਨੇ ਸਰ ਬੇਅੰਤ ਸਿੰਘ ਹੋਣਾ ਜਿਹੜੇ ਮੈਨੂੰ ਤਾਂ ਕਿਹੋ ਜਿਹਾ ਸਰਦਾਰ ਸੀ ਉਹ, ਪਰ ਇਹੋ ਜਿਹੇ ਰਾਖਸ਼ਾਂ ਨੂੰ ਉਹਨਾਂ ਨੇ ਜਾ ਕੇ ਸਾਡੇ ਕੌਮ ਦੇ ਪਿੱਠ ਤੋਂ ਲਾਇਆ ਸੀਗਾ। ਸੋ ਮੈਂ ਸਮਝਦਾ ਕਿ ਇਹ ਜਿਹੜੀ ਸਟੇਟ ਹੈ ਇਹਦਾ ਜ਼ਬਰ ਅਤੇ ਇਹਦੇ ਜਿਹੜਾ ਇਹਨਾਂ ਨੇ ਉਰੇ ਲਹੂ ਲੁਹਾਨ ਸਾਡੇ ਕੌਮ ਨੂੰ ਕੀਤਾ, ਛੇਤੀ ਭੁੱਲਣਾ ਨਹੀਂ ਚਾਹੀਦਾ। ਇਹ ਬਹੁਤ ਜ਼ਰੂਰੀ ਹੈ ਅੱਗੇ ਤੁਰਨ 'ਤੇ। ਜਿਹੜੇ ਮੇਰੇ ਵੀਰ ਅੱਜ ਜਾ ਕੇ ਉਹ RSS BJP ਨਾਲ ਮੇਲ ਕਰ ਰਹੇ ਹੈ, ਮੈਂ ਬੇਨਤੀ ਕਰਦਾ ਕਿ ਸੌਖਾ ਰਾਹ ਨਾ ਲਓ, ਤੁਸੀਂ ਆਪਦੇ ਹੱਕਾਂ 'ਤੇ ਖੜ੍ਹੇ ਰਹੋ। ਇਹ ਸੈਂਟਰ ਨੇ BJP ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਹੋਇਆ ਕਿ ਅਸੀਂ ਇੰਟਰਲਿੰਕਿੰਗ ਆਫ ਰਿਵਰਸ ਕਰਨੀ ਹੈ। ਜਿਹੜੇ ਸਾਡੇ ਰਾਈਪੇਰੀਅਨ ਹੱਕ ਹੈ, ਜਿਹੜੇ ਸਾਡੇ ਫੈਡਰਲ ਸਟਰਕਚਰ ਹੈ, ਉਹ ਸਾਰਾ ਖਤਮ ਕਰ ਰਿਹਾ। ਅਤੇ ਤੁਹਾਨੂੰ ਜ਼ਿੰਮੇਵਾਰੀ ਨਾਲ ਇਹਦੇ ਉੱਤੇ ਯਾਦ ਰੱਖ ਕੇ ਸਟੈਂਡ ਲੈਣੇ ਪੈਣੇ ਆ। ਇਹ ਸੌਖੀਆਂ ਨਹੀਂ ਮਿਲਦੀਆਂ ਆਜ਼ਾਦੀਆਂ। ਮਾਨ ਸਾਹਿਬ ਤੁਸੀਂ ਗੱਲ ਕਰੀ ਰਿਪੇਰੀਅਨ ਲਾਅ ਦੀ, ਜੇਕਰ ਗੱਲ ਕਰੀਏ ਹੁਣ BBMP ਦਾ ਜਿਹੜਾ ਇਸ਼ੂ ਹੈਗਾ, ਪੱਕੀ ਨੁਮਾਇੰਦਗੀ ਪੰਜਾਬ ਦੀ ਉਹਦੇ ਵਿੱਚੋਂ ਕੱਢ ਦਿੱਤੀ ਗਈ ਹੈ। ਹਾਲਾਂਕਿ ਸੈਂਟਰ ਦਾ ਜਿਹੜਾ ਬਿਆਨ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਗੌਰਮੈਂਟ ਜਿਹੜੀ ਉਹ ਆਪਣੀ ਇੰਜੀਨੀਅਰ ਭੇਜ ਹੀ ਨਹੀਂ ਰਹੀ ਸੀ। 2020 ਦੀ ਜੀ ਗੱਲ ਕਿ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੀ ਆ ਖਬਰ ਲੱਗੀ ਆ ਉਹਦੇ ਵਿੱਚ ਲਿਖਿਆ ਕਿ ਇੰਜੀਨੀਅਰ ਭੇਜ ਹੀ ਨਹੀਂ ਰਹੇ, ਰਿਕਰੂਟਮੈਂਟ ਖਾਲੀ ਸੀ ਉਦੋਂ ਦੀ। ਕੀ ਕਹੋਗੇ ਤੁਸੀਂ ਇਹ 'ਤੇ? ਪਹਿਲਾਂ ਤਾਂ BBMP ਸਮਝਣਾ ਸਾਨੂੰ ਚਾਹੀਦਾ। ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਹੈ ਉਹਦੇ ਵਿੱਚ ਬਹੁਤ ਵੱਡਾ ਸਾਡੇ ਪੰਜਾਬ ਦੇ ਹੱਕਾਂ ਦਾ ਕਤਲੇਆਮ ਹੋਇਆ। ਦੇਖੋ, ਰਾਈਪੇਰੀਅਨ ਲਾਅ ਜੋ ਕਿ ਭਾਰਤ ਚੀਨ ਦੇ ਬਰਖਲਾਫ ਵਰਤਦਾ। ਚੀਨ ਸਤਲੁਜ ਨਦੀ, ਬ੍ਰਹਮਪੁੱਤਰ ਨਦੀ ਦੇ ਉੱਤੇ ਡੈਮ ਲਾ ਕੇ ਪਾਣੀ ਤਿੱਬਤ ਨੂੰ ਮੋੜਨ ਦੇ ਯਤਨ 'ਚ ਹੈ, ਅਤੇ ਇੰਟਰਨੈਸ਼ਨਲ ਟ੍ਰਾਈਬਿਊਨਲਸ 'ਚ ਡਿਸਕਸ਼ਨਸ 'ਚ ਭਾਰਤ ਕਹਿੰਦਾ ਹੈ ਕਿ ਇਹ ਰਾਈਪੇਰੀਅਨ ਕਾਨੂੰਨ ਅਧੀਨ ਜਿਹੜੀਆਂ ਲੋਅਰ ਰਾਈਪੇਰੀਅਨ ਸਟੇਟਸ ਹੈ ਉਹਨਾਂ ਦਾ ਹੱਕ ਹੈ। ਜਿਵੇਂ ਅਸੀਂ ਹੇਠਲੇ ਪਾਣੀ ਇੰਡੀਆ ਦੇ ਵਿੱਚ ਤਿੱਬਤ ਤੋਂ ਹੇਠਲੇ ਪਾਣੀ ਸਾਡਾ ਹੱਕ ਹੈ, ਉਹ ਰੋਕ ਨਹੀਂ ਸਕਦੇ। ਜਿਹੜਾ ਰਾਈਪੇਰੀਅਨ ਲਾਅ ਕਹਿੰਦਾ ਹੈ ਕਿ ਉਹ ਪਾਣੀ ਉੱਦਾਂ ਹੀ ਵਗੂਗਾ ਅਤੇ ਹੱਕ ਸਿਰਫ ਜਿਹੜੇ ਪਾਣੀ ਦੇ ਨਾਲ ਹੈ ਉਹਨਾਂ ਦਾ ਬਣਦਾ ਹੈਗਾ, ਹੋਰ ਕਿਸੇ ਦਾ ਹੱਕ ਪਾਣੀ 'ਤੇ ਬਣਦਾ ਨਹੀਂ। ਇਹ ਡਾਇਵਰਟ ਕਰਨਾ ਪਾਣੀ ਨੂੰ ਕਿਤੇ ਹੋਰ ਲੈ ਕੇ ਜਾਣਾ, ਇਹ ਰਾਈਪੇਰੀਅਨ ਕਾਨੂੰਨ ਦੇ ਬਿਲਕੁਲ ਬਰਖਲਾਫ ਹੈਗਾ, ਕਿਉਂਕਿ ਉਹ ਹੱਕਾਂ ਨੂੰ ਮਾਰਦਾ ਹੈ। ਦੂਜੀ ਗੱਲ, ਜਿਹੜੇ ਸਾਡੇ ਰਿਵਰ ਬੇਸਿਨਸ ਹੈ, ਠੀਕ ਹੈ ਨਾ ਜੀ, ਜਿਸ 'ਚ ਇਹ ਨਦੀਆਂ ਦਾ ਪਾਣੀ ਦਾ ਅਸਰ ਪੈਂਦਾ ਜਾਂ ਜਿਹੜਾ ਇਹਨੂੰ ਯੂਜ਼ ਕਰਦੇ ਹੈ,
ਉਹਦੇ ਵਿੱਚ ਹਰਿਆਣਾ ਬਿਲਕੁਲ ਨਹੀਂ ਆਉਂਦਾ। ਹਰਿਆਣੇ ਨੂੰ ਯਮੁਨਾ ਲੱਗਦੀ ਹੈਗੀ ਹੈ, ਨਾ ਰਾਜਸਥਾਨ ਆਉਂਦਾ। ਰਾਜਸਥਾਨ ਨੂੰ ਤਾਂ ਸਾਡੀਆਂ ਨਦੀਆਂ ਦਾ ਬੇਸਿਨ ਕਿਤੇ ਨੇੜੇ ਵੀ ਨਹੀਂ ਹੈਗਾ, ਨਾ ਦਿੱਲੀ ਹੈ ਨਾ ਚੰਡੀਗੜ੍ਹ ਹੈ। ਇਹ ਸਾਰੇ ਮੱਲੋ ਮੱਲੀ ਸੈਂਟਰ ਨੇ ਸਾਡੇ ਪਾਣੀ ਉੱਧਰ ਨੂੰ ਵੰਡ ਕੀਤੀ ਹੋਈ ਹੈਗੀ ਹੈ। ਸੋ ਇਹ ਜਿਹੜੀ ਡਿਸਟ੍ਰੀਬਿਊਸ਼ਨ ਆਫ ਵਾਟਰ ਹੈ, ਇਹ ਮੁੱਢਲੇ ਤੌਰ 'ਤੇ ਇਲੀਗਲ ਹੈ ਔਰ ਧੱਕੇ ਨਾਲ ਸੈਂਟਰ ਨੇ, ਜਬਰ ਨਾਲ ਸੈਂਟਰ ਨੇ, ਪੈਸੇ ਦੇ ਵਰਤਾਉਣ ਨਾਲ ਸੈਂਟਰ ਨੇ ਇਹਨੂੰ ਵੰਡਿਆ ਹੋਇਆ। ਦੂਜੀ ਗੱਲ, ਜਿਹੜੇ ਇਨਵਾਇਰਮੈਂਟਲ ਇੰਪੈਕਟ ਐਨਾਲਿਸਿਸ ਹੈ ਕਿ ਪਾਣੀ ਨੂੰ ਇੰਟਰਲਿੰਕ ਕਰਨਾ ਜਾਂ ਇੱਧਰੋਂ ਉੱਧਰ ਲੈ ਕੇ ਜਾਣਾ, ਅੱਜ ਦੇ ਦਿਨ 'ਚ ਕੋਈ ਵੀ ਇੰਟਰਲਿੰਕਿੰਗ ਨਹੀਂ ਕਰਦਾ ਹੈਗਾ। ਇੱਕ ਬਹੁਤ ਫੇਮਸ ਕੇਸ ਯੂਨਾਈਟਿਡ ਸਟੇਟਸ ਟੈਨੇਸੀ ਵੈਲੀ ਅਥਾਰਟੀ ਦੇ ਵਿੱਚ ਲਿਟਲ ਟੈਨੇਸੀ ਰਿਵਰ ਦੇ ਉੱਤੇ ਸਨੇਲ ਡਾਟਾ, ਇੱਕ ਮੱਛੀ ਹੈ ਛੋਟੀ ਜੀ, ਉਹਦਾ ਇੰਪੈਕਟ ਇਨਵਾਇਰਮੈਂਟ ਦਾ ਸੀਗਾ। ਉਹਦੇ ਕਰਕੇ ਉਹਨਾਂ ਨੇ ਸਾਰੇ ਡੈਮ ਉੱਥੇ ਬੰਦ ਕਰਤੇ। ਅੱਜ ਦੇ ਦਿਨ ਜਿਹੜੇ ਨਦੀਆਂ ਦੇ ਪਾਣੀ ਆ ਉਹਨਾਂ ਨੂੰ ਛੇੜਨਾ ਇਨਵਾਇਰਮੈਂਟਲੀ ਅਨਸਾਊਂਡ ਹੈ, ਉਹ ਸਾਰਾ ਈਕੋਸਿਸਟਮ ਤਬਦੀਲ ਕਰ ਦਿੰਦੀ ਹੈਗੀ ਆ। ਸੋ ਇਹਨਾਂ ਨੇ ਇਹ ਸਾਰਾ ਜਬਰ ਪੰਜਾਬ ਦੇ ਨਾਲ ਕੀਤਾ ਹੈਗਾ। ਵੀ ਆਰ ਅ ਰਾਈਪੇਰੀਅਨ ਸਟੇਟ, ਹਿਮਾਚਲ ਇਜ਼ ਅ ਰਾਈਪੇਰੀਅਨ ਸਟੇਟ, ਹਰਿਆਣਾ ਇਜ਼ ਨਾਟ ਅ ਰਾਈਪੇਰੀਅਨ ਸਟੇਟ ਟੂ ਦ ਪੰਜਾਬ ਰਿਵਰਸ। ਉਹਦੇ ਲਈ ਯਮੁਨਾ ਹੈਗੀ ਹੈ, ਦਿੱਲੀ ਨਹੀਂ ਰਾਈਪੇਰੀਅਨ ਸਟੇਟ, ਨਾ ਰਾਜਸਥਾਨ। ਸੋ ਇਹ ਜਬਰ ਨਾਲ ਸਾਡੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅੰਡਰ ਦ ਰੀਆਰਗਨਾਈਜੇਸ਼ਨ ਐਕਟ ਬਣਿਆ ਹੈਗਾ। ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਜਿਹੜੇ ਇਹਨਾਂ ਦੇ ਬੋਰਡ ਮੈਂਬਰ ਹੈ ਉਤਲੇ, ਉਹ ਸੈਂਟਰ ਨੇ ਆਪਣੇ ਹੱਥ 'ਚ ਰੱਖੇ ਹੋਏ ਹੈਗੇ ਹੈ। ਟੌਪ ਪੋਸਟ ਸੈਂਟਰ ਅਪੁਆਇੰਟ ਕਰਦਾ ਹੈਗਾ। ਜਿਹੜੀਆਂ ਪਾਵਰ ਅਤੇ ਇਮੀਗ੍ਰੇਸ਼ਨ ਦੇ ਬੋਰਡ, ਇਰੀਗੇਸ਼ਨ ਦੇ ਜਿਹੜੇ ਬੋਰਡ ਮੈਂਬਰ ਹੈ, ਉਹ ਹਰਿਆਣਾ ਅਤੇ ਪੰਜਾਬ ਨੂੰ ਦਿੱਤੇ ਹੋਏ ਹੈਗੇ ਹੈ। ਹੁਣ ਉਹਦੇ ਵਿੱਚ ਸਾਡੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਉਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਰਿਪਰੈਜ਼ੈਂਟੇਸ਼ਨਸ ਹੈ, ਉਹਨਾਂ ਨੂੰ ਹੁਣ ਖੁੱਲ੍ਹਾ ਕਰਤਾ ਹੈਗਾ। ਅਤੇ ਇਹਦਾ ਮਤਲਬ ਕਿ ਬੋਰਡ ਦੇ ਵਿੱਚ ਜਿਹੜਾ ਰਿਲੀਜ਼ ਆਫ ਪਾਣੀ ਹੈ, ਯੂਸ ਆਫ ਵਾਟਰ ਹੈ, ਡਿਸਟਰੀਬਿਊਸ਼ਨ ਆਫ ਇਲੈਕਟ੍ਰਿਸਿਟੀ ਹੈ, ਉਹਦੇ ਵਿੱਚ ਸਾਡੇ ਸਟੇਟ ਦੀ ਕੋਈ ਰਿਪਰੈਜ਼ੈਂਟੇਸ਼ਨ ਜ਼ਰੂਰੀ ਰਹਿ ਨਹੀਂ ਗਈ ਹੈਗੀ। ਆਹ ਵਾਟਰ illegally taken by other states, our electricity illegally taken by other states, now they ਹੁਣ ਕਹਿੰਦੇ ਆ ਕਿ ਤੁਹਾਡਾ ਬੰਦਾ ਹੀ ਨਹੀਂ ਉੱਥੇ ਬੋਲ ਸਕਦਾ ਹੈਗਾ। ਠੀਕ ਹੈ ਨਾ ਜੀ। ਹੁਣ ਜੇ ਕਿਸੇ ਹੋਰ ਸਟੇਟ ਦਾ, ਕਿਸੇ ਹੋਰ ਅਥਾਰਟੀ ਦਾ ਉੱਥੇ ਬੰਦਾ ਆਉਂਦਾ ਹੈ, ਉਹਨੂੰ ਕੀ ਫਿਕਰ ਹੈ ਕਿ ਮੈਂ ਕਿਹੋ ਜਿਹੇ ਡਿਸੀਜਨਸ ਲੈਂਦਾ ਹੈ। ਕਿਤੇ ਨਾ ਕਿਤੇ SYL ਦੇ ਇਸ਼ੂ 'ਤੇ ਵੀ ਪੰਜਾਬ ਕਮਜ਼ੋਰ ਪਿਆ ਹੈਗਾ, ਇਹ BBMP ਦੇ ਜੋ ਡਿਸੀਜਨ ਆਏ ਆ। ਇਹ ਸੈਂਟਰ ਦੀ ਨੀਅਤ ਤਾਂ ਐਕਸਪੋਜ਼ ਕਰਦੀ ਹੈ। ਤੁਸੀਂ BJP ਦਾ ਮੈਨੀਫੈਸਟੋ ਚੋਣਾਂ ਦਾ, ਪਾਰਲੀਮੈਂਟਰੀ ਚੋਣਾਂ ਦਾ ਪੜ੍ਹ ਲਓ। ਉਹਦੇ ਵਿੱਚ ਸਪਸ਼ਟ ਲਿਖਿਆ ਕਿ ਵੀ ਵਿਲ ਇੰਟਰਲਿੰਕ ਰਿਵਰਸ, ਇੰਟਰਲਿੰਕਿੰਗ ਸਤਲੁਜ ਯਮੁਨਾ ਲਿੰਕ, ਇਹਨਾਂ ਨੇ ਸਪਸ਼ਟ ਕਿਹਾ ਹੋਇਆ ਹੈਗਾ। ਸੋ ਇਹ ਲਗਾਤਾਰ ਉੱਧਰ ਨੂੰ ਵੱਧ ਰਹੇ ਹੈਗੇ ਕਿ ਪੰਜਾਬ ਤੋਂ ਖੋਹ ਚੱਕ ਕੇ ਦਿੱਲੀ ਨੂੰ ਫੜਾ ਦਿਓ। ਦਿੱਲੀ 'ਚ ਘਾਟ ਕੀ ਹੈ ਜੀ? ਨੌਕਰੀਆਂ ਉੱਥੇ ਸਭ ਤੋਂ ਜ਼ਿਆਦਾ ਪਬਲਿਕ ਫੰਡਿੰਗ ਉੱਥੇ ਸਰਕਾਰ ਦੀ ਹੋਈ ਹੈ। ਸਾਡੇ ਤਾਂ ਪੁਲ ਲੱਗਣਾ ਬਹੁਤ ਮੁਸ਼ਕਿਲ ਆ। ਉਹਨਾਂ ਨੇ ਤਾਂ ਪੁਲਾਂ ਦੇ ਉੱਤੇ ਟ੍ਰੇਨਾਂ ਚੜ੍ਹਾ ਕੇ ਉੱਥੇ ਮੈਟਰੋਜ਼ ਲਾਏ ਹੋਏ ਆ। ਇੰਨਾ ਪੈਸਾ ਪੰਜਾਬ ਨੂੰ ਕਿੱਥੇ ਮਿਲਦਾ ਹੈਗਾ? ਸਾਨੂੰ ਤਾਂ 3 ਲੱਖ ਕਰੋੜ ਦੇ ਡੈਟ 'ਚ ਬਿਠਾਇਆ ਹੋਇਆ। ਇਹ ਤਾਂ ਸਾਨੂੰ ਖ਼ਤਮ ਕਰਦੇ ਹੈਗੇ ਆ। ਸਾਨੂੰ ਬਿਲਕੁਲ ਇੱਕ ਬਾਰਡਰ ਸਟੇਟ ਬਣਾ ਕੇ ਹਮੇਸ਼ਾ ਪਾਕਿਸਤਾਨ ਨਾਲ ਲੜਾਈਆਂ ਲੱਗ ਕੇ ਜੈ ਜਵਾਨ ਜੈ ਕਿਸਾਨ ਕਹਿ ਦਿੰਦੇ ਆ। ਜਵਾਨ ਸਾਡੇ ਕਫਨਾਂ 'ਚ ਵਾਪਸ ਮੰਗਾ ਦਿੰਦੇ ਆ ਅਤੇ ਕਿਸਾਨਾਂ ਨੂੰ ਜਾ ਕੇ ਦਿੱਲੀ ਬਾਰਡਰ ਬੈਠਣਾ ਪੈਂਦਾ ਹੈਗਾ। ਬਹੁਤ ਬਹੁਤ ਸ਼ੁਕਰੀਆ। ਕੋਈ ਨਾ ਜੀ, ਮਿਹਰਬਾਨੀ। ਤਾਂ ਇਹ ਸਨ ਸਾਡੇ ਨਾਲ ਇਮਾਨ ਸਿੰਘ ਮਾਨ, ਜੋ ਕਿ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਸਪੁੱਤਰ ਨੇ। ਉਹਨਾਂ ਨਾਲ ਅਸੀਂ ਪੋਲੀਟੀਕਲੀ ਵੀ ਗੱਲਾਂ ਕੀਤੀਆਂ ਅਤੇ ਪਰਸਨਲੀ ਵੀ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਸੀ ਖੁੱਲ੍ਹ ਕੇ ਸਾਡੇ ਨਾਲ ਸ਼ੇਅਰ ਕੀਤੇ ਨੇ। ਕੈਮਰਾਮੈਨ ਗੁਰਮੀਤ ਦੇ ਨਾਲ ਮਨਦੀਪ ਜੋਤ, ਚੰਡੀਗੜ੍ਹ।